ਹੁਣ ਕੁਝ ਹੋਰ ਖਬਰਾਂ ਦਾ ਰੁਖ ਕਰਦੇ ਹਾਂ। ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕਣਕ ਖਰੀਦ ਦਾ ਅੱਜ ਦੂਜਾ ਦਿਨ ਹੈ। ਦੂਜੇ ਦਿਨ ਵੀ ਮੰਡੀਆਂ ਦੇ ਵਿੱਚ ਕਿਸ ਤਰ੍ਹਾਂ ਖਰੀਦ ਹੋ ਰਹੀ ਹੈ, ਨਿਊਜ਼ 18 ਦੀਆਂ ਟੀਮਾਂ ਨੇ ਇਸ ਦਾ ਰਿਐਲਿਟੀ ਚੈੱਕ ਕੀਤਾ। ਕਿਵੇਂ ਹੋ ਰਹੀ ਹੈ ਖਰੀਦ ਤੇ ਕਿਹੋ ਜਿਹੇ ਨੇ ਪ੍ਰਬੰਧ, ਇਹ ਰਿਪੋਰਟ ਦੇ ਜ਼ਰੀਏ ਦੇਖੋ। ਦੀਆਂ ਅਨਾਜ ਮੰਡੀਆਂ ਦੇ ਵਿੱਚ ਬੇਸ਼ੱਕ ਕੱਲ 10 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਸੀ, ਲੇਕਿਨ ਕਿਉਂਕਿ ਹੜਤਾਲ ਦਾ ਰੇੜਕਾ ਚੱਲਿਆ ਆ ਰਿਹਾ ਸੀ, ਸਿੱਧੀ ਅਦਾਇਗੀ ਨੂੰ ਲੈ ਕੇ ਰੇੜਕਾ ਚੱਲਿਆ ਆ ਰਿਹਾ ਸੀ। ਉਸ ਤੋਂ ਬਾਅਦ ਜਦੋਂ ਹੜਤਾਲ ਖਤਮ ਹੁੰਦੀ ਹੈ ਤਾਂ ਬੇਸ਼ੱਕ ਕੱਲ ਰਸਮੀ ਤੌਰ ਦੇ ਉੱਪਰ ਜੋ ਕਣਕ ਦੀ ਖਰੀਦ ਹੈ ਉਹ ਸ਼ੁਰੂ ਹੋ ਚੁੱਕੀ ਹੈ, ਲੇਕਿਨ ਪ੍ਰੋਪਰ ਤਰੀਕੇ ਨਾਲ ਪੂਰੀ ਜੋ ਕਣਕ ਦੀ ਖਰੀਦ ਹੈ ਉਹ ਅੱਜ ਮੰਨੀ ਜਾ ਰਹੀ ਕਿ ਅੱਜ ਸ਼ੁਰੂ ਹੋਵੇਗੀ। ਅਸੀਂ ਇਸ ਵੇਲੇ ਰੋਪੜ ਦੀ ਅਨਾਜ ਮੰਡੀ ਦੇ ਵਿੱਚ ਮੌਜੂਦ ਹਾਂ। ਤੁਹਾਨੂੰ ਤਸਵੀਰਾਂ ਵਿਖਾਣੀ ਚਾਹਾਂਗੇ ਕਿ ਰੂਪਨਗਰ ਦੀ ਅਨਾਜ ਮੰਡੀ ਦੇ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਤੇ ਸਾਫ਼ ਸਫਾਈ ਦਾ ਕੰਮ ਵੀ ਚੱਲ ਰਿਹਾ ਹੈ। ਜੇਕਰ ਪੂਰੇ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ਦੇ ਵਿੱਚ 23 ਪੱਕੀਆਂ ਮੰਡੀਆਂ ਨੇ ਤੇ 23 ਆਰਜੀ ਤੌਰ ਤੇ ਮੰਡੀਆਂ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਬਣਾਈਆਂ ਗਈਆਂ ਹਨ। ਕੁੱਲ 46 ਮੰਡੀਆਂ ਦੇ ਵਿੱਚ ਕਣਕ ਦੀ ਸਰਕਾਰੀ ਖਰੀਦ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਕੱਲ ਪਹਿਲੇ ਦਿਨ ਕੁੱਲ 225 ਮੀਟ੍ਰਿਕ ਟਨ ਕਣਕ ਦੀ ਵੱਖ-ਵੱਖ ਮੰਡੀਆਂ ਦੇ ਵਿੱਚ ਆਮਦ ਹੋਈ ਸੀ, ਜਿਸ ਦੇ ਵਿੱਚੋਂ 99 ਮੀਟ੍ਰਿਕ ਟਨ ਕਣਕ ਖਰੀਦੀ ਜਾ ਚੁੱਕੀ ਸੀ। ਉਸ ਤੋਂ ਬਾਅਦ ਅੱਜ ਕਿਉਂਕਿ ਪ੍ਰੋਪਰ ਤਰੀਕੇ ਨਾਲ ਕਣਕ ਦੀ ਖਰੀਦ ਦਾ ਕੰਮ ਸ਼ੁਰੂ ਹੋਇਆ ਹੈ, ਕਣਕ ਦੀ ਮੰਡੀਆਂ ਦੇ ਵਿੱਚ ਪਹੁੰਚ ਚੁੱਕੀ ਹੈ। ਸਾਡੇ ਨਾਲ ਕੁਝ ਇੱਥੇ ਕਿਸਾਨਾਂ ਦੇ ਨਾਲ ਗੱਲ ਵੀ ਕਰਨੀ ਚਾਹਾਂਗੇ ਕਿ ਕਿਸਾਨ ਕਿਸ ਤਰ੍ਹਾਂ ਮਹਿਸੂਸ ਕਰਦੇ ਨੇ। ਅਸੀਂ ਸਵੇਰੇ ਆਏ ਤੇ ਜੀ ਆਪਣਾ ਸਵੇਰੇ ਟਰਾਲੀ ਪਹਿਲਾਂ ਐਵੇਂ ਕਹੀ ਵੀ ਕਰੋਨਾ ਕਰਕੇ ਵੀ ਸਵਾਰੇ ਕਹਿੰਦੇ ਕਣਕ ਦਾ ਆਪਣਾ ਠੀਕ ਨਹੀਂ ਭਾਰ ਰਹਿਣਾ ਜੀ, ਪਰ ਪ੍ਰਮਾਤਮਾ ਨੇ ਚੰਗਾ ਕਰਿਆ ਜੀ, ਨਹੀਂ ਤਾਂ ਕਿਸਾਨਾਂ ਦਾ ਬਹੁਤ ਹੀ ਮਾੜਾ ਹਾਲ ਹੋ ਜਾਣਾ ਸੀ। ਇਸ ਕਰਕੇ ਜੀ ਆਪਣਾ ਸਵੇਰੇ ਅਸੀਂ ਟਰਾਲੀ ਲੈ ਕੇ ਆਏ। ਆਪਣਾ ਬਾਸ ਵਗੈਰਾ ਮਿਲ ਗਏ ਸੀ ਤੇ ਕਿੰਨਾ ਕੁ ਮਾਲ ਲਿਆਏ, ਕਿੰਨਾ ਮਾਲ ਹੋਰ ਪਿੱਛੇ ਪਿਆ ਹੈਗਾ? ਮਾਲ ਆਪਣਾ ਹਲੇ ਸਾਡੀ ਇੱਕ ਕਿੱਲੇ ਦੀ ਕਣਕ ਲਿਆਈ ਜੀ, ਤੇ 1 ਕਿੱਲੇ ਮੇਰੇ ਨਾਲ ਦਾ ਬ੍ਰਦਰ ਮੇਰਾ ਜੀ ਉਹ ਦੂਜੀ ਟਰਾਲੀ ਲੈਣ ਗਿਆ ਜੀ, ਤੇ ਮੈਂ ਇੱਥੇ ਹੁਣ ਆਪਣਾ ਕਣਕ ਦੇ ਕੋਲ ਬੈਠਾ ਜੀ। ਬਿਲਕੁਲ ਰੂਪਨਗਰ ਦੀ ਅਨਾਜ ਮੰਡੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਪਹੁੰਚ ਸ਼ੁਰੂ ਕਰ ਦਿੱਤੀ ਗਈ ਹੈ, ਕਣਕ ਪਹੁੰਚਾਣੀ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਆੜਤੀ ਵੀ ਇੱਥੇ ਮੌਜੂਦ ਨੇ। ਭਾਜੀ, ਕਿਸ ਤਰ੍ਹਾਂ ਦਾ ਪ੍ਰਬੰਧ ਹੈ? ਕਿਉਂਕਿ ਪਹਿਲਾਂ ਲਗਾਤਾਰ ਰੇੜਕਾ ਚੱਲਿਆ ਆ ਰਿਹਾ ਸੀਗਾ ਸਿੱਧੀ ਅਦਾਇਗੀ ਨੂੰ ਲੈ ਕੇ, ਹੁਣ ਕਣਕ ਦੀ ਖਰੀਦ ਸ਼ੁਰੂ ਹੋ ਗਈ। ਅੱਜ ਦੇਖਿਆ ਜਾ ਰਿਹਾ ਕਿ ਕਿਸਾਨ ਪਹੁੰਚ ਰਹੇ ਨੇ। ਠੀਕ ਹੈ ਜੀ ਅਵਤਾਰ ਜੀ, ਇਹ ਕਣਕ ਦੀ ਖਰੀਦ ਸ਼ੁਰੂ ਹੋ ਗਈ। ਕੱਲ ਸਾਡੀ ਹੜਤਾਲ ਖਤਮ ਹੋ ਗਈ। ਹੜਤਾਲ ਖਤਮ ਕਰਨ ਦੇ 2 ਕਾਰਨ ਰਹੇ ਆ, ਜਿਹਦੇ ਵਿੱਚ ਇੱਕ ਤਾਂ ਜ਼ਿਮੀਂਦਾਰ ਜਿਹੜੇ ਪਹਿਲਾਂ ਹੀ ਤੰਗ ਆ ਉਹਨਾਂ ਨਾਲ ਹੋ ਰਿਹਾ ਧੱਕਾ, ਇਸ ਕਰਕੇ ਅਸੀਂ ਉਹਨਾਂ ਦਾਣੇ ਸਾਂਭਣੇ ਵਾਸਤੇ ਵੀ ਇਹ ਹੜਤਾਲ ਖਤਮ ਕਰੀ ਆ। ਤੇ ਦੂਸਰਾ ਜਿਹੜਾ ਸਾਡੀ ਸਰਕਾਰ ਕੈਪਟਨ ਸਰਕਾਰ ਨੇ 131 ਕਰੋੜ ਜਿਹੜਾ ਆੜਤੀਆਂ ਦਾ ਬਕਾਇਆ ਤਾ ਉਹ ਵੀ ਜਲਦੀ ਪਾਉਣ ਦਾ ਵਾਅਦਾ ਵੀ ਕਰਿਆ, ਤੇ ਕੈਪਟਨ ਸਾਹਿਬ ਨੇ ਆਪਣੇ ਸਟਾਫ ਨੂੰ ਜਾਂ ਆਪਣੇ ਅੱਗੇ ਪ੍ਰਸ਼ਾਸਨ ਨੂੰ ਹੁਕਮ ਵੀ ਕਰੇ ਆ ਵੀ ਆੜਤੀਆਂ ਦਾ ਜਿਹੜੇ ਪੁਰਾਣੀ ਆੜਤ ਰਹਿੰਦੀ ਆ ਉਹ 131 ਕਰੋੜ ਪਾਇਆ ਜਾਵੇ। ਸਿੱਧੀ ਅਦਾਇਗੀ ਨੂੰ ਲੈ ਕੇ ਸੰਤੁਸ਼ਟੀ ਹੈਗੀ ਆੜਤੀਆਂ ਦੇ ਵਿੱਚ, ਕਿਉਂਕਿ ਮੇਨ ਰੇੜਕਾ ਤਾਂ ਹੜਤਾਲ ਦਾ ਉਹੀ ਚੱਲਿਆ ਜਾ ਰਿਹਾ ਸੀ। ਬਿਲਕੁਲ ਜੀ, ਇਹੀ ਮੇਨ ਰੇੜਕਾ ਤਾਂ ਇਹਦੇ ਵਿੱਚ ਆੜਤੀ ਵੀ ਬੇਵਸ ਹੋ ਗਏ ਤੇ ਪੰਜਾਬ ਸਰਕਾਰ ਵੀ ਬੇਵਸ ਹੋ ਗਈ। ਜਿਹੜੀ ਸੈਂਟਰ ਦੀ ਸਰਕਾਰ ਆ ਉਹ ਧੱਕਾ ਕਰ ਰਹੀ ਹੈ, ਇਸ ਕਰਕੇ ਉਹਦੇ ਪ੍ਰਤੀ ਰੋਸ ਜ਼ਰੂਰ ਆ ਸਾਡੇ ਵਿੱਚ, ਪਰ ਜਿਹੜੀ ਜ਼ਿਮੀਂਦਾਰ ਦੀ ਪ੍ਰੋਬਲਮ ਆ ਉਹਦੇ ਸਾਹਮਣੇ ਉਹ ਰੋਸ ਥੋੜ੍ਹਾ ਘੱਟ ਆ, ਛੋਟਾ ਪਾਇਆ ਜਾ ਰਿਹਾ, ਕਿਉਂਕਿ ਜ਼ਿਮੀਂਦਾਰਾਂ ਦੀ ਫਸਲ ਜਿਹੜੀ ਸਾਂਭਣੀ ਜ਼ਰੂਰੀ ਆ। ਰੂਪਨਗਰ ਤੋਂ ਅਵਤਾਰ ਸਿੰਘ ਕੰਬੋਜ, ਨਿਊਜ਼ 18। ਹਾਲਾਂਕਿ 10 ਅਪ੍ਰੈਲ ਨੂੰ ਜਿਹੜੀ ਸਰਕਾਰੀ ਖਰੀਦ ਦੀ ਬੋਲੀ ਸ਼ੁਰੂ ਹੋਣੀ ਸੀ, ਪਰ ਆੜ੍ਹਤੀਆਂ ਦੀ ਹੜਤਾਲ ਦੇ ਚੱਲਦੇ ਕੱਲ ਜਿਹੜੀ ਕਣਕ ਹੈ ਮੰਡੀਆਂ ਵਿੱਚ ਪੂਰੀ ਗਿਣਤੀ ਵਿੱਚ ਨਹੀਂ ਪਹੁੰਚ ਚੁੱਕੀ ਸੀ। ਪਰ ਅੱਜ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਹੜਤਾਲ ਖਤਮ ਕਰਨ ਦੇ ਐਲਾਨ ਤੋਂ ਬਾਅਦ ਲਗਾਤਾਰ ਕਿਸਾਨਾਂ ਵੱਲੋਂ ਆਪਣੀ ਫਸਲ ਨੂੰ ਮੰਡੀਆਂ ਵਿੱਚ ਲਿਆਂਦਾ ਜਾ ਰਿਹਾ, ਔਰ ਉੱਥੇ ਜਿਹੜੀ ਪ੍ਰਕਿਰਿਆ ਜਿਹੜੀ ਹੈ ਖਰੀਦ ਦੀ ਵੀ ਉੱਥੇ ਵੀ ਜਿਹੜੀ ਸਰਕਾਰ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਜਿਹੜੀ ਕੋਈ ਜ਼ਿਆਦਾ ਹਜੇ ਕਣਕ ਮਾਤਰਾ ਵਿੱਚ ਹਜੇ ਮੰਡੀ ਵਿੱਚ ਨਹੀਂ ਪਹੁੰਚੀ, ਪਰ ਫਿਰ ਵੀ ਜਿਹੜੀ ਹੈ ਆਮਦ ਹੁਣ ਜ਼ੋਰਾਂ 'ਤੇ, ਔਰ ਕੁਛ ਹੀ ਦਿਨਾਂ ਵਿੱਚ ਜਿਹੜੇ ਵੱਡੀ ਗਿਣਤੀ ਵਿੱਚ ਜਿਹੜੇ ਕਿਸਾਨ ਆਪਣੀ ਕਣਕ ਨੂੰ ਲੈ ਕੇ ਜਿਹੜਾ ਮੰਡੀ ਵਿੱਚ ਆਣਗੇ। ਕੁਝ ਆੜ੍ਹਤੀਏ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਸਰ, ਇੱਕ ਹੜਤਾਲ ਦਾ ਰੇੜਕਾ ਸੀਗਾ, ਕੱਲ ਹੜਤਾਲ ਵੀ ਖਤਮ ਹੋ ਗਈ। ਕਿਸ ਤਰ੍ਹਾਂ ਲੱਗਦਾ ਕਿ ਹੁਣ ਜਿਹੜਾ ਕੇਂਦਰ ਸਰਕਾਰ ਨੇ ਨਿਯਮ ਬਦਲੇ ਨੇ ਖਰੀਦ ਨੂੰ ਲੈ ਕੇ, ਕਿਸ ਤਰ੍ਹਾਂ ਦੀ ਦਿੱਕਤ ਆਉਣ ਵਾਲੀ ਆੜ੍ਹਤੀਆਂ ਨੂੰ? ਦਿੱਕਤ ਸਭ ਤੋਂ ਵੱਡੀ ਤਾਂ ਇਹ ਹੈ ਜੀ, ਸਾਨੂੰ ਬਾਰਦਾਨੇ ਦੀ ਬਹੁਤ ਦਿੱਕਤ ਆਏਗੀ। ਜੋ ਬਾਰਦਾਨਾ ਸਰਕਾਰ ਕੋਲ ਪੂਰਾ ਹੈ ਨਹੀਂ ਗਾ ਜੀ, 50% ਹੀ ਸਰਕਾਰ ਕੋਲ ਬਾਰਦਾਨਾ ਜੀ। ਦੂਜੀ ਦਿੱਕਤ ਸਾਨੂੰ ਜੋ ਆ ਰਹੀ ਆ, ਇਹਨਾਂ ਨੇ ਕੀਤਾ ਸਿੱਧੀ ਪੇਮੈਂਟ ਵਾਲਾ ਜੀ, ਉਹਦੇ ਵਿੱਚ ਸਾਡਾ ਬਹੁਤ ਹੀ ਵੱਡਾ ਨੁਕਸਾਨ ਹੈ ਜੀ। ਦੇਖੋ, ਸਿੱਧੀ ਪੇਮੈਂਟ ਜ਼ਿਮੀਂਦਾਰਾਂ ਦਾ ਕਰ ਰਹੇ ਨੇ, ਪਰ ਇਹਨਾਂ ਨੂੰ ਇਹ ਨਹੀਂ ਨਾ ਪਤਾ ਉਹਦੇ ਵਿੱਚ ਬਹੁਤ ਨੁਕਸਾਨ ਹੋ ਗਿਆ ਜੀ ਸਿੱਧੀ ਪੇਮੈਂਟ ਦਾ ਜੀ। ਕਿਸ ਤਰ੍ਹਾਂ ਲੱਗਦਾ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਨੁਕਸਾਨ ਜਿਹੜਾ ਆੜ੍ਹਤੀਆਂ ਨੂੰ, ਕਿਸਾਨਾਂ ਨੂੰ ਕਿਸ ਤਰ੍ਹਾਂ ਦਾ ਨੁਕਸਾਨ ਹੋ ਸਕਦਾ? ਦੇਖੋ ਜੀ, ਸਾਨੂੰ ਹੁਣ ਇਹ ਸਿੱਧੀ ਪੇਮੈਂਟ ਕਰ ਰਹੇ ਨੇ ਜ਼ਿਮੀਂਦਾਰ, ਸਾਨੂੰ ਕਹਿ ਰਹੇ ਨੇ ਵੀ ਤੁਹਾਨੂੰ ਦਾਮੀ ਨਹੀਂ ਦੇਣੀ ਜੀ। ਹਰੇਕ ਬੰਦਾ ਭੱਜ ਰਿਹਾ, 2 ਪੈਸੇ ਕਮਾਉਣ ਵਾਸਤੇ ਭੱਜ ਰਿਹਾ ਜੀ। ਸਾਨੂੰ ਵੀ ਲਾਲਚ ਹੁੰਦਾ ਜੀ, 6 ਮਹੀਨੇ ਬਾਅਦ ਸੀਜ਼ਨ ਆਉਂਦਾ ਜੀ, ਜੇ ਦਾਮੀ ਆਏਗੀ ਤਾਂ ਫੇਰ ਹੀ ਸਾਡਾ ਘਰ ਚੱਲੇਗਾ ਜੀ। ਇਹ ਸਭ ਤੋਂ ਵੱਡੀ ਸਾਡੀ ਪ੍ਰੋਬਲਮ ਹੈ ਜੀ, ਦਾਮੀ ਵਾਲੀ ਜੀ। ਜਦੋਂ ਇਹਨਾਂ ਨੇ ਸਿੱਧੀ ਪੇਮੈਂਟ ਕਰਦੀ ਜੀ, ਇਹ ਕਹਿ ਰਹੇ ਨਾ ਅਸੀਂ ਲੇਬਰ ਦੇਣੀ ਹੈ ਜੀ, ਨਾ ਦਾਮੀ ਦੇਣੀ ਹੈ ਜੀ, ਪਰ ਸਾਡਾ ਇੱਥੇ ਕੀ ਫਾਇਦਾ ਜੀ? ਕੱਲ੍ਹ ਜਿਹੜੀ ਮੀਟਿੰਗ ਹੋਈ ਸੀਗੀ ਪੰਜਾਬ ਸਰਕਾਰ ਤੇ ਆੜ੍ਹਤੀ ਐਸੋਸੀਏਸ਼ਨ ਦੀ, ਉਹਦੇ ਵਿੱਚ ਜਿਹੜੀ 131 ਕਰੋੜ ਦੀ ਜਿਹੜੀ ਬਕਾਇਆ ਰਾਸ਼ੀ ਸੀ ਦਾਮੀ ਦੀ, ਉਹ ਦੇਣ ਦਾ ਐਲਾਨ ਕੀਤਾ ਜਿਹੜਾ ਪੰਜਾਬ ਸਰਕਾਰ ਨੇ। ਔਰ ਇਸ ਤੋਂ ਇਲਾਵਾ ਇੱਕ ਇਹ ਵੀ ਗੱਲ ਕੀਤੀ ਗਈ ਕਿ ਆੜ੍ਹਤੀਆਂ ਦੀ ਜਿਹੜੀ ਭੂਮਿਕਾ ਉਸੇ ਤਰ੍ਹਾਂ ਰਹੇਗੀ। ਕੀ ਲੱਗਦਾ ਕਿ ਉਸ ਫੈਸਲੇ ਤੋਂ ਜਿਹੜੇ ਆੜ੍ਹਤੀ ਸੰਤੁਸ਼ਟ ਨੇ? ਦੇਖੋ, ਇਹ ਤਾਂ ਉੱਪਰ ਕੈਪਟਨ ਸਾਹਿਬ ਬੈਠ ਕੇ ਕਹਿ ਰਹੇ ਨੇ ਜੀ ਵੀ 131 ਕਰੋੜ ਜਿਹੜੇ ਆੜ੍ਹਤੀਆਂ ਨੂੰ ਸਾਨੂੰ ਦੇਣੇ ਇਹਨਾਂ ਨੇ,
ਕੈਪਟਨ ਸਾਹਿਬ ਤਾਂ ਕਹਿ ਰਹੇ ਅਸੀਂ ਦੇਵਾਂਗੇ, ਪਰ ਗਾਂ ਹੱਥ ਵਸਤਾ ਸੈਂਟਰ ਸਰਕਾਰ ਦੇ ਨੇ ਜੀ, ਉਹ ਬਿਲਕੁਲ ਹੀ ਮਨਾ ਹੀ ਕਰ ਰਹੇ ਆ ਜੀ। ਉਹਦੇ ਵਿੱਚ ਸਾਨੂੰ ਨੁਕਸਾਨ ਹੋ ਰਿਹਾ ਨੇ ਇਹ ਚੀਜ਼ ਦਾ। ਉਹਨਾਂ ਨੇ ਕਿਹਾ ਵੀ ਅਸੀਂ ਕੈਪਟਨ ਸਾਹਿਬ ਨੇ ਕਹਿੰਦਾ ਅਸੀਂ ਦੇਵਾਂਗੇ ਜੀ, ਪਰ ਸਾਨੂੰ ਉਮੀਦ ਨਹੀਂ ਹੈ ਜੀ ਸਾਨੂੰ ਮਿਲੇ ਕਿ ਨਾ ਮਿਲੇ ਜੀ। ਉਹ ਅਗਰ ਜੇ ਕਿਸਾਨਾਂ ਦੇ ਖਾਤੇ ਵਿੱਚ ਸਿੱਧੀ ਪੇਮੈਂਟ ਆਉਂਦੀ, ਸਿੱਧੀ ਅਦਾਇਗੀ ਆਉਂਦੀ, ਤਾਂ ਉਸ ਨਾਲ ਕਿਸਾਨਾਂ ਨੂੰ ਕਿਸ ਤਰ੍ਹਾਂ ਦੀ ਪਰੇਸ਼ਾਨੀ ਹੈ? ਉਹ ਕਿਸਾਨਾਂ ਨੂੰ ਸਾਨੂੰ ਪੇਮੈਂਟ ਮਿਲ ਜਾਂਦੀ ਤਾਂ ਮਰਜ਼ੀ ਲੈ ਲੈਂਦੇ ਸੀ, ਇੱਥੋਂ ਆੜਤੀਆਂ ਤੋਂ ਘਰੋਂ ਤੁਰੇ ਆਉਂਦੇ ਇੱਥੇ ਲੈ ਲੈਂਦੇ ਸੀ। ਉਹ ਬੈਂਕਾਂ ਦੇ ਚੱਕਰ ਕੱਢਾਂਗੇ ਜੀ, ਆਹ ਚੈੱਕ ਨਹੀਂ ਸਹੀ ਜੀ, ਉਹ ਨਹੀਂ ਸਹੀ, ਉੱਥੇ ਇਸ ਗੱਲ ਦੀ ਪ੍ਰੋਬਲਮ ਸਾਨੂੰ ਬਹੁਤ ਆਉਂਦੀ। ਫਰੀਦਕੋਟ ਤੋਂ ਨਰੇਸ਼ ਸੇਠੀ, ਨਿਊਜ਼ 18। ਸੂਬੇ ਦੇ ਵਿੱਚ ਸਰਕਾਰੀ ਖਰੀਦ ਦਾ ਅੱਜ ਦੂਜਾ ਦਿਨ ਹੈ। ਅਗਰ ਗੱਲ ਕੀਤੀ ਜਾਵੇ ਮੋਗਾ ਮੰਡੀ ਦੀ, ਤਾਂ ਮੋਗਾ ਮੰਡੀ ਦੇ ਵਿੱਚ ਕੱਲ 1500 ਕੁਇੰਟਲ ਜਿਹੜੀ ਹੈ ਕਣਕ ਦੀ ਆਮਦ ਜਿਹੜੀ ਹੈ ਮੰਡੀ ਦੇ ਵਿੱਚ ਹੋ ਗਈ ਸੀ। ਤੁਸੀਂ ਦੇਖ ਸਕਦੇ ਹੋ ਕਿ ਮੰਡੀ ਦੇ ਵਿੱਚ ਕਣਕ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਨੇ, ਫਸਲ ਸ਼ੁਰੂ ਹੋ ਗਈ ਆ ਆਣੀ, ਔਰ ਉਸ ਨੂੰ ਲੈ ਕੇ ਜਿਸ ਤਰ੍ਹਾਂ ਕੱਲ ਆੜ੍ਹਤੀ ਐਸੋਸੀਏਸ਼ਨ ਦੀ ਹੜਤਾਲ ਨੂੰ ਲੈ ਕੇ ਕਿਤੇ ਨਾ ਕਿਤੇ ਖਰੀਦ ਨਹੀਂ ਹੋਈ ਸੀ, ਅੱਜ ਉਮੀਦ ਹੈ ਕਿ ਖਰੀਦ ਸ਼ੁਰੂ ਹੋ ਜਾਏਗੀ। ਲੇਕਿਨ ਕੱਲ ਜਿਹੜੀ ਹੈ ਰੇੜਕਾ ਬਣਿਆ ਹੋਇਆ ਸੀਗਾ ਸਿੱਧੀ ਅਦਾਇਗੀ ਨੂੰ ਲੈ ਕੇ, ਉਹ ਰੇੜਕਾ ਹਜੇ ਵੀ ਬਰਕਰਾਰ ਹੈ। ਲੇਕਿਨ ਜਿਹੜਾ ਪੰਜਾਬ ਸਰਕਾਰ ਦੀ ਮੀਟਿੰਗ ਹੋਈ ਹੈ ਆੜ੍ਹਤੀਆਂ ਦੇ ਨਾਲ, ਉਹਦੇ ਵਿੱਚ 131 ਕਰੋੜ ਰੁਪਇਆ ਜਿਹੜਾ ਆੜ੍ਹਤੀਆਂ ਦਾ ਬਕਾਇਆ ਸੀ, ਉਸ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜੇ ਆੜ੍ਹਤੀ ਹੈ ਉਹ ਵੀ ਸਹਿਮਤ ਹੋ ਗਏ ਨੇ, ਔਰ ਸਰਕਾਰੀ ਖਰੀਦ ਸ਼ੁਰੂ ਕਰਾਉਣ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਨੇ। ਮੰਡੀ ਦੇ ਵਿੱਚ ਅੱਜ ਹੋਰ ਵੀ ਜਿਹੜੇ ਹੈ ਕਣਕ ਦੇ ਅੰਬਾਰ ਲੱਗਣੇ ਸ਼ੁਰੂ ਹੋ ਜਾਣਗੇ, ਕਿਉਂਕਿ ਕਿਸਾਨ ਹੋਰ ਵੀ ਆਪਣੀ ਫਸਲ ਲੈ ਕੇ ਆ ਜਾਣਗੇ। ਮੰਡੀ ਮੋਗਾ ਮੰਡੀ ਦੀ ਗੱਲ ਕੀਤੀ ਜਾਵੇ ਤਾਂ 109 ਮੰਡੀਆਂ ਮੋਗਾ ਦੇ ਵਿੱਚ ਨੇ, ਔਰ 148 ਜਿਹੜੇ ਫੜ ਬਣਾਏ ਗਏ ਨੇ, ਉਸ ਨੂੰ ਲੈ ਕੇ ਖਰੀਦ ਦੇ ਪੂਰੇ ਇੰਤਜ਼ਾਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਸਾਡੇ ਨਾਲ ਕੁਝ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਔਰ ਫੂਡ ਸਪਲਾਈ ਦੇ ਇੰਸਪੈਕਟਰ ਵੀ ਹੈਗੇ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਕੀ ਕਹਿਣਾ ਹੈ, ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਇਸ ਨੂੰ ਲੈ ਕੇ, ਖਰੀਦ ਨੂੰ ਲੈ ਕੇ, ਔਰ ਕਦੋਂ ਤੱਕ ਖਰੀਦ ਸ਼ੁਰੂ ਹੋ ਜਾਏਗੀ। ਜਗਦੀਪ ਜੀ, ਗੱਲ ਕਰਾਂਗੇ ਤੁਹਾਡੇ ਨਾਲ ਸਭ ਤੋਂ ਪਹਿਲਾਂ ਕਿ ਖਰੀਦ ਕਦੋਂ ਤੱਕ ਸ਼ੁਰੂ ਹੋ ਜਾਏਗੀ, ਕਿਉਂਕਿ ਅੱਜ ਦੂਜਾ ਦਿਨ ਹੈ ਖਰੀਦ ਦਾ। ਹਾਂਜੀ ਦੀਪਕ ਜੀ, ਕੱਲ ਆੜ੍ਹਤੀਆਂ ਦੀ ਹੜਤਾਲ ਸਦਕਾ ਕੱਲ ਸ਼ੁਰੂ ਨਹੀਂ ਹੋ ਸਕੀ ਜੀ। ਹਾਲਾਂਕਿ ਉਹਨਾਂ ਨੇ ਬਾਅਦ ਦੁਪਹਿਰ ਸਟ੍ਰਾਈਕ ਆਪਣੀ ਵਾਪਸ ਲੈ ਲਈ ਸੀਗੀ, ਉਸੇ ਦੇ ਚੱਲਦਿਆਂ ਕੱਲ ਆਪਾਂ ਲੇਟ ਹੋ ਗਏ ਥੋੜ੍ਹੇ ਜਿਹੇ। ਤੇ ਅੱਜ ਜਿੰਨੀਆਂ ਵੀ ਢੇਰੀਆਂ ਆਈਆਂ, ਅਸੀਂ ਸਮੂਹ ਖਰੀਦ ਏਜੰਸੀਆਂ ਇਹਨਾਂ ਢੇਰੀਆਂ ਦਾ ਮੋਇਸਚਰ ਕੱਢਾਂਗੇ, ਸਾਫ਼ ਸਫਾਈ ਦਾ ਧਿਆਨ ਰੱਖਾਂਗੇ ਜੀ। ਜਿਹੜੀਆਂ ਵੀ ਢੇਰੀਆਂ ਅਕੋਰਡਿੰਗ ਟੂ ਸਪੈਸੀਫਿਕੇਸ਼ਨ ਹੋਈਆਂ ਉਹ ਅਸੀਂ ਖਰੀਦ ਕਰਾਂਗੇ ਜੀ। ਅਦਾਇਗੀ ਦੀ ਗੱਲ ਕੀਤੀ ਜਾਵੇ ਤਾਂ ਅਦਾਇਗੀ ਕਿਵੇਂ ਹੋਏਗੀ? ਸਿੱਧੀ ਅਦਾਇਗੀ ਹੋਏਗੀ? ਅਦਾਇਗੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜੀ ਕਿਸਾਨਾਂ ਨੂੰ ਸਿੱਧੀ ਅਦਾਇਗੀ ਹੋਵੇਗੀ ਤੇ ਆੜ੍ਹਤੀਆਂ ਨੂੰ ਬਣਦਾ ਕਮਿਸ਼ਨ ਮਿਲੂਗਾ ਜੀ। ਜਿਹੜਾ ਰੇੜਕਾ ਸੀਗਾ ਉਹ ਤਾਂ ਸਿੱਧੀ ਅਦਾਇਗੀ ਨੂੰ ਲੈ ਕੇ ਸੀਗਾ, ਤੇ ਕਿਸ ਤਰ੍ਹਾਂ ਸਹਿਮਤੀ ਹੋਏਗਾ? ਸਹਿਮਤੀ ਕੱਲ ਆੜ੍ਹਤ ਐਸੋਸੀਏਸ਼ਨ ਦੀ ਮੀਟਿੰਗ ਹੋਈ ਆ ਜੀ ਸੀਐਮ ਸਾਹਿਬ ਨਾਲ, ਕਿਉਂਕਿ ਹਾਲਾਤ ਹੀ ਇਹੋ ਜਿਹੇ ਆ ਜੀ ਵੀ ਆਪਣਾ ਕਿਸੇ ਵੀ ਕੋਈ ਵੀ ਧਿਰ ਅੜਨ ਵਾਲਾ ਸਮਾਂ ਨਹੀਂ ਹੈਗਾ ਜੀ। ਕਿਉਂਕਿ ਇੱਕ ਤਾਂ ਕਰੋਨਾ ਚੱਲ ਰਿਹਾ, ਦੂਸਰਾ ਆਪਣੀ ਸਟ੍ਰਾਈਕ ਚੱਲ ਰਹੀ ਆ। ਹਾਲਾਤ ਬਹੁਤ ਮਾੜੇ ਆ, ਕਿਉਂਕਿ ਸਾਰਿਆਂ ਨੂੰ ਇੱਕ ਦੂਸਰੇ ਨੂੰ ਸਹਿਯੋਗ ਕਰਨਾ ਹੀ ਪੈਣਾ। ਜੇ ਆਪਾਂ ਸਹਿਯੋਗ ਨਹੀਂ ਕਰਾਂਗੇ ਤਾਂ ਇਹ ਸੀਜ਼ਨ ਢੰਗ ਨਾਲ ਨੇਪਰੇ ਨਹੀਂ ਚੜਿਆ ਜਾਣਾ। ਇਸ ਲਈ ਅਸੀਂ ਇਹ ਵੀ ਕਿਸਾਨਾਂ ਨੂੰ, ਆੜ੍ਹਤੀ ਭਾਈਚਾਰੇ ਨੂੰ ਤੇ ਮਜ਼ਦੂਰਾਂ ਨੂੰ ਕਹਿੰਦੇ ਆ ਵੀ ਜਿਹੜੀ ਵੀ ਆਪਣੀ ਢੇਰੀ ਆਉਂਦੀ ਆ ਉਹਦੀ ਸਾਫ਼ ਸਫਾਈ ਤੇ ਮੋਇਸਚਰ ਦਾ ਖਿਆਲ ਰੱਖਿਆ ਜਾਵੇ, ਤਾਂ ਜੋ ਆਪਣਾ ਜਿਹੜਾ ਸੀਜ਼ਨ ਆ ਸਫਲਤਾਪੂਰਵਕ ਨੇਪਰੇ ਚੜਿਆ ਜਾ ਸਕੇ ਜੀ। ਹੜਤਾਲ ਸੀ, ਰੇੜਕਾ ਹਜੇ ਵੀ ਬਰਕਰਾਰ ਹੈ ਸਿੱਧੀ ਅਦਾਇਗੀ ਨੂੰ ਲੈ ਕੇ, ਤੇ ਫਿਰ ਕਿਵੇਂ ਸਹਿਮਤੀ? ਉਹ ਤਾਂ ਸਿੱਧੀ ਦੇ ਗੇਲਾ ਰੇੜਕਾ ਜਿਹੜਾ ਉਹ ਮਸਲਾ ਹੱਲ ਨਹੀਂ ਹੋਇਆ ਸਾਡਾ। ਫਿਰ ਇੱਕ ਸਮੇਂ ਨੂੰ ਦੇਖਦੇ ਹੋਏ ਵਾਪਸ ਲੈਣੀ ਬਣਦੀ ਸੀ ਸਾਡੀ ਹੜਤਾਲ। ਸਾਡੇ ਪੰਜਾਬ ਪ੍ਰਧਾਨ ਸਿਆਣੇ ਨੇ, ਉਹਨਾਂ ਨੇ ਫੈਸਲਾ ਲਿਆ, ਵਧੀਆ ਕੀਤਾ। ਕਿਉਂਕਿ ਜੀ ਮੌਸਮ ਖਰਾਬ ਹੋ ਗਿਆ, ਜ਼ਿਮੀਂਦਾਰ ਦੀ ਫਸਲ ਖੁੱਲ੍ਹੇ ਸਮਾਨ ਥੱਲੇ ਖੜੀ ਹੈ, ਉਹਨੂੰ ਕੋਈ ਪ੍ਰੋਬਲਮ ਆ ਸਕਦੀ ਸੀ, ਇਸ ਕਰਕੇ ਵਾਪਸ ਲਈ। ਤੇ 131 ਕਰੋੜ ਰੁਪਇਆ ਵੀ ਤੁਹਾਡਾ ਰਿਲੀਜ਼ ਕਰਨ ਦੀ ਗੱਲ ਕੀਤੀ ਗਈ ਹੈ ਉਸੇ ਨੂੰ? ਹਾਂ ਜੀ, ਉਹਦਾ ਭਰੋਸਾ ਦਵਾਇਆ ਗਿਆ ਵੀ ਸੋਮਵਾਰ ਤੋਂ ਤੁਹਾਡੇ ਖਾਤਿਆਂ 'ਚ ਪਾਇਆ ਜਾਊਗਾ। 131 ਕਰੋੜ ਰੁਪਇਆ ਪੰਜਾਬ ਲੈਵਲ 'ਤੇ ਰਹਿੰਦਾ ਸੀ ਸਾਡਾ ਲੈਣ ਵਾਲਾ, ਉਹਨਾਂ ਦਾ ਪੂਰਾ ਭਰੋਸਾ ਦਿੱਤਾ ਵੀ ਸੋਮਵਾਰ ਤੋਂ ਤੁਹਾਡੇ ਖਾਤਿਆਂ 'ਚ ਪਾ ਦਿੱਤਾ ਜਾਊਗਾ। ਮਾਰਕੀਟ ਕਮੇਟੀ ਦਾ ਕਿਸ ਤਰ੍ਹਾਂ ਦਾ ਇੰਤਜ਼ਾਮ ਹੈ ਮੰਡੀ ਨੂੰ ਲੈ ਕੇ, ਕਿਉਂਕਿ ਸਾਫ਼ ਸਫਾਈ ਜ਼ਿਆਦਾ ਦੇਖਣ ਨੂੰ ਨਹੀਂ ਨਜ਼ਰ ਆ ਰਹੀ? ਮਾਰਕੀਟ ਕਮੇਟੀ ਨੇ ਬਿਜਲੀ ਦਾ ਪੂਰਾ ਇੰਤਜ਼ਾਮ ਹੈ, ਲਾਈਟ ਬੱਤੀ ਫੁੱਲ ਹੈ, ਪਾਣੀ ਪੂਣੀ ਦਾ ਜੁਗਾੜ ਕਰਤਾ ਜੀ ਸਾਰਾ ਉਹਨਾਂ ਨੇ। ਸਫਾਈ ਦੀ ਥੋੜ੍ਹੀ ਬਹੁਤੀ ਕਮੀ ਹੈ, ਲੱਗੇ ਪਏ ਉਹਨਾਂ ਦੇ ਕਰਮਚਾਰੀ, ਹੋ ਸਕਦਾ ਸ਼ਾਮ ਤੱਕ ਮੁਕੰਮਲ ਕਰ ਦੇਣਗੇ। ਇੱਥੇ ਟਰੱਕ ਖੜੇ ਰਹਿਣੇ ਬਹੁਤ ਚਿਰ, ਟਰੱਕ ਜਿਹਨਾਂ ਨੇ ਸਾਡੇ ਆਖੇ ਨਹੀਂ ਲੱਗੇ, ਉਹਨਾਂ ਨੇ ਟਰੱਕ ਨਹੀਂ ਬਾਹਰ ਕੱਢੇ। ਕੱਲ ਐਸਪੀ ਸਾਹਿਬ ਨੂੰ ਕਹਿ ਕੇ ਫਿਰ ਧੱਕੇ ਨਾਲ ਕਢਾਏ ਆ, ਉਹ ਅੱਜ ਲੱਗਣਗੇ ਸਫਾਈ ਕਰਨ ਜੀ, ਸਫਾਈ ਹੋ ਜਾਊਗੀ ਮੰਡੀ ਦੀ। ਬਿਲਕੁਲ, ਇਹ ਸੀ ਸਾਡੇ ਨਾਲ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ, ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਅੱਜ ਜਿਹੜੀ ਹੈ ਖਰੀਦ ਸ਼ੁਰੂ ਹੋਣ ਦੀ ਉਮੀਦ ਹੈਗੀ ਹੈ। 3 ਵਜੇ ਦੇ ਕਰੀਬ ਜਿਹੜਾ ਦੱਸਿਆ ਜਾ ਰਿਹਾ ਕਿ ਖਰੀਦ ਸ਼ੁਰੂ ਹੋਣ ਦੀ ਉਮੀਦ ਹੈ, ਕਿਉਂਕਿ ਸਰਕਾਰੀ ਏਜੰਸੀਆਂ ਵੀ ਮੰਡੀ ਦੇ ਵਿੱਚ ਪਹੁੰਚ ਚੁੱਕੀਆਂ, ਉਹਨਾਂ ਵੱਲੋਂ ਵੀ ਸਪੈਸੀਫਿਕੇਸ਼ਨ ਦੇ ਆਧਾਰ ਤੇ ਜਿਹੜਾ ਮੋਇਸਚਰ ਵਗੈਰਾ ਚੈੱਕ ਕੀਤਾ ਜਾਏਗਾ, ਔਰ ਉਸ ਤੋਂ ਬਾਅਦ ਹੀ ਖਰੀਦ ਸ਼ੁਰੂ ਹੋ ਪਾਏਗੀ। ਦੀਪਕ ਸਿੰਘਲਾ, ਨਿਊਜ਼ 18 ਮੋਗਾ। ਹੁਣ ਵੇਲੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ। ਬ੍ਰੇਕ ਦੇ ਉਸ ਪਾਰ ਵੀ ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।